ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ 5ਵੇਂ ਦੇ 34ਵੇਂ ਸਲੋਕ ਅਤੇ 34ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਦਾਸੇ ਏਕ ਨਿਹਾਰਿਆ ਸਭ ਕੁਛ ਦੇਵਨਹਾਰ, ਸਾਸ ਸਾਸ ਸਿਮਰਤ ਰਹੋ ਨਾਨਕ ਦਰਸ ਆਧਾਰ। ਪੌੜੀ। ਦਾਸੇ ਏਕ ਨਿਹਾਰਿਆ ਸਭ ਕੁਛ ਦੇਵਨਹਾਰ, ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ। ਪੌੜੀ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨ ਆਵਈ ਅਗਨਤ ਭਰੇ ਭੰਡਾਰ। ਦੇਨਹਾਰ ਸਦ ਜੀਵਨ ਹਾਰਾ, ਮਨ ਮੂਰਖ ਕਿਉ ਤਾਏ ਬਿਸਾਰਾ। ਦੋਸ ਨਹੀਂ ਕਾਹੂ ਕੋ ਮੀਤਾ, ਮਾਇਆ ਮੋਹ ਬੰਧ ਪ੍ਰਭ ਕੀਤਾ। ਦਰਦ ਨਿਵਾਰੇ ਜਾ ਕੇ ਆਪੇ, ਨਾਨਕ ਤੇ ਗੁਰਮੁਖ ਤਰਾਪੇ। ਦੋਸ ਨਹੀਂ ਕਾਹੂ ਕੋ ਮੀਤਾ, ਮਾਇਆ ਮੋਹ ਬੰਧ ਪ੍ਰਭ ਕੀਤਾ। ਦਰਦ ਨਿਵਾਰੇ ਜਾ ਕੇ ਆਪੇ, ਨਾਨਕ ਤੇ ਗੁਰਮੁਖ ਤਰਾਪੇ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਆਪਣੀ ਲਿਵ ਲਗਾਉਂਦੇ ਹਨ, ਸਵਾਸ ਸਵਾਸ ਪਰਮੇਸ਼ਰ ਨੂੰ ਸਿਮਰਦੇ ਹਨ, ਉਹ ਪਰਮੇਸ਼ਰ ਦੇ ਨਾਲ ਲਿਵ ਲਗਾ ਕੇ ਉਸ ਦੇ ਦਰਸ਼ਨ ਕਰ ਲੈਂਦੇ ਹਨ ਜੀ। ਅਤੇ ਉਹਨਾਂ ਦੇ ਜੀਵਨ ਦਾ ਆਧਾਰ ਪਰਮੇਸ਼ਰ ਹੀ ਬਣ ਜਾਂਦਾ ਹੈ ਜੀ। ਪਰ ਮਨਮੁਖ ਵਿਅਕਤੀ ਉਹ ਮੋਹ ਮਾਇਆ ਵਿਕਾਰਾਂ ਦੇ ਵਿੱਚ ਫਸੇ ਪਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਇਹ ਉਹਨਾਂ ਦਾ ਵੀ ਕਸੂਰ ਨਹੀਂ ਹੈ ਜੀ, ਇਹ ਵੀ ਪਰਮੇਸ਼ਰ ਨੇ ਆਪ ਜਿਸ ਨੂੰ ਜਿੱਥੇ ਲਗਾਇਆ ਹੈ ਉੱਥੇ ਹੀ ਉਹ ਕੋਈ ਲੱਗਾ ਹੋਇਆ ਹੈ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਗੁਰਮੁਖੋ, ਦਾਸਾਂ ਦੇ ਇੱਕ ਪਰਮੇਸ਼ਰ ਨੂੰ ਵੇਖਿਆ ਜੀ, ਜੋ ਸਭ ਨੂੰ, ਭਾਵ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਨੂੰ ਵੇਖ ਲਿਆ ਹੈ ਜੀ, ਭਾਵ ਸਵਾਸ ਸਵਾਸ ਸਿਮਰ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਪਰਮੇਸ਼ਰ ਨਾਲ ਲਿਵ ਲਗਾ ਕੇ ਉਹ ਇੱਕ ਹੋ ਗਏ ਹਨ ਜੀ। ਉਹਨਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ ਹਨ ਜੀ, ਅਤੇ ਪਰਮੇਸ਼ਰ ਦਾ ਹੀ ਉਹਨਾਂ ਨੂੰ ਉਹਨਾਂ ਦੇ ਜੀਵਨ ਦਾ ਆਧਾਰ ਹੈ ਜੀ, ਜਿਸ ਨੇ ਉਹਨਾਂ ਨੂੰ ਸਭ ਕੁਛ ਬਖਸ਼ਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦੱਦੇ ਅੱਖ ਅਨੁਸਾਰ ਦੇਵਨਹਾਰਾ ਦਤਾਰ ਪਿਤਾ, ਕੇਵਲ ਇੱਕ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਦਾਤਾ ਸਾਰਿਆਂ ਨੂੰ ਦੇ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦਾਤੇ ਨੂੰ ਦਿੰਦਿਆਂ ਕਦੀ ਘਾਟ ਨਹੀਂ ਆਉਂਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਉਸ ਦਾਤੇ ਦੇ ਅਣਗਿਣਤ ਭੰਡਾਰ, ਅਣਗਿਣਤ ਚੀਜ਼ਾਂ ਨਾਲ, ਹਰ ਇੱਕ ਚੀਜ਼ ਨਾਲ ਭਰੇ ਪਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦੇਵਨਹਾਰ ਵਾਲਾ ਦਤਾਰ ਪਿਤਾ ਸਦਾ ਜੀਵਤ ਰਹਿਣ ਵਾਲਾ ਹੈ ਜੀ, ਭਾਵ ਸਥਾਈ ਹੈ ਜੀ, ਉਹ ਜੰਮਦਾ ਜਾਂ ਮਰਦਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੂਰਖ ਮਨ, ਉਸ ਦਤਾਰ ਪਿਤਾ ਰੂਪ ਪਰਮੇਸ਼ਰ ਨੂੰ ਤੂੰ ਕਿਉਂ ਭੁਲਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਹੇ ਮਿੱਤਰ, ਇਸ ਗੱਲ ਦਾ ਵੀ ਕਿਸੇ ਨੂੰ ਕੀ ਦੋਸ਼ ਦੇਈਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਮਾਇਆ ਦੇ ਮੋਹ ਦਾ ਬੰਧਨ ਪਰਮੇਸ਼ਰ ਦਾ ਆਪਣਾ ਹੀ ਪੈਦਾ ਕੀਤਾ ਹੋਇਆ ਹੈ ਜੀ। ਉਹ ਜਿਸ ਨੂੰ
ਜਿਸ 'ਚ ਲਗਾਉਂਦਾ ਹੈ ਜੀ, ਉਸ 'ਚ ਹੀ ਉਹ ਲੱਗਾ ਹੋਇਆ ਹੈ ਜੀ। ਇਹ ਮਾਇਆ ਦੇ ਮੋਹ ਦੇ ਬੰਧਨ ਵੀ ਪਰਮੇਸ਼ਰ ਦੇ ਹੀ ਪੈਦਾ ਕੀਤੇ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਦੇ ਦੋਸ਼ ਦਰਦ ਪਰਮੇਸ਼ਰ ਆਪ ਦੂਰ ਕਰ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਸਾਧਕ ਮਾਇਆਵੀ ਲੋਭਾਂ ਤੋਂ, ਮੋਹ ਮਾਇਆ ਦੇ ਵਿਕਾਰਾਂ ਤੋਂ ਰੱਜ ਜਾਂਦੇ ਹਨ ਜੀ, ਭਾਵ ਉਹਨਾਂ ਨੂੰ ਉਹ ਖਤਮ ਕਰ ਦਿੰਦੇ ਹਨ ਜੀ। ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਵਾਸ ਗੁਰਸ਼ਬਦ ਗੁਰਬਾਣੀ ਨਾਮ ਸਿਮਰ ਕੇ ਇੱਕ ਦੇਣ ਵਾਲੇ ਦਤਾਰ ਪਿਤਾ ਨਾਲ ਇੱਕਮਿਕ ਹੋ ਜਾਂਦੇ ਹਨ ਜੀ। ਅਤੇ ਉਹ ਆਪਣੇ ਅੰਦਰ ਹੀ ਹੈ ਜੀ। ਫਿਰ ਉਹ ਦਰਸ਼ਨ ਪਾ ਕੇ, ਪਰਮੇਸ਼ਰ ਦੇ ਦਰਸ਼ਨ ਪਾ ਕੇ ਨਿਹਾਲ ਹੁੰਦੇ ਹਨ ਜੀ, ਜਿਨ੍ਹਾਂ ਦੇ ਉਹ ਜੀਵਨ ਦਾ ਆਧਾਰ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਵਾਸ ਹਰ ਵੇਲੇ ਦੇਵਨਹਾਰ ਦਾਤਾਰ ਪਿਤਾ ਰੂਪ ਪਰਮੇਸ਼ਰ ਨੂੰ ਸਿਮਰਦੇ ਹਨ ਜੀ, ਜਿਨ੍ਹਾਂ ਨੇ ਉਸ ਦਾਤੇ ਨੂੰ ਆਪਣੇ ਪ੍ਰਾਣਾਂ ਦਾ, ਆਪਣੇ ਜੀਵਨ ਦਾ ਆਧਾਰ ਸਮਝਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਨੂੰ ਪਰਮੇਸ਼ਰ ਦੇ ਦਰਸ਼ਨ ਹੋ ਗਏ ਹਨ ਜੀ, ਜੋ ਉਹਨਾਂ ਦੇ ਜੀਵਨ ਦਾ ਦੇਣ ਦਾ ਦਤਾਰ ਪਿਤਾ ਹੈ ਜੀ, ਜਿਸ ਨੇ ਸਭ ਕੁਝ ਬਖਸ਼ਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਦਤਾਰ ਪਿਤਾ ਸਭਨਾਂ ਜੀਆਂ ਨੂੰ ਦਾਨ ਦਿੰਦਾ ਹੈ ਜੀ, ਅਤੇ ਉਸ ਪਰਮੇਸ਼ਰ ਰੂਪ ਦਾਤੇ ਦੇ ਅਣਗਿਣਤ ਭੰਡਾਰ ਭਰੇ ਪਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਮੂਰਖ ਮਨ ਉਸ ਦੇਵਨਹਾਰ ਦਾਤਾਰ ਪਿਤਾ ਨੂੰ ਵਿਸਾਰ ਕੇ ਮਾਇਆਵੀ ਵਿਕਾਰ ਅਤੇ ਮੋਹ ਮਾਇਆ ਵਿੱਚ ਫਸਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮੋਹ ਮਾਇਆ ਦਾ ਬੰਧਨ ਖੇਡ ਵੀ ਪਰਮੇਸ਼ਰ ਨੇ ਆਪ ਹੀ ਰਚਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਹ ਮਾਇਆਵੀ ਬੰਧਨ ਖਤਮ ਕਰਦੇ ਹਨ ਤੇ ਪਰਮੇਸ਼ਰ ਨਾਲ ਆਪਣੀ ਲਿਵ ਲਗਾਉਂਦੇ ਹਨ, ਉਹੀ ਉਹਨਾਂ ਦਾ ਆਇਆ ਹੀ ਸਫਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਵਾਸ ਸਿਮਰ ਕੇ ਪਰਮੇਸ਼ਰ ਦੇ ਨਾਲ ਲੱਗਦੇ ਹਨ ਜੀ, ਗੁਰੂ ਜੀ ਕਹਿੰਦੇ ਹਨ, ਉਹਨਾਂ ਦੇ ਮਾਇਕ ਬੰਧਨ ਪਰਮੇਸ਼ਰ ਨੇ ਕੱਟ ਦਿੱਤੇ ਹਨ ਜੀ, ਅਤੇ ਉਹ ਮਾਇਆਵੀ ਵਿਕਾਰ ਅਤੇ ਮੋਹ ਮਾਇਆ ਤੋਂ ਤ੍ਰਿਪਤ ਹੋ ਗਏ ਹਨ ਜੀ, ਕਿਉਂਕਿ ਉਹਨਾਂ ਨੇ ਆਪਣੇ ਅੰਦਰੋਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਾਇਆਵੀ ਬੰਧਨ ਅਤੇ ਵਿਕਾਰ ਖਤਮ ਕਰ ਲਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਹ ਮੋਹ ਮਾਇਆ ਦੀ ਖੇਡ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਵਾਸ ਸਿਮਰ ਕੇ
ਉਸ ਤਰ੍ਹਾਂ ਕਾਬੂ ਕਰਨੀ ਹੈ ਜੀ, ਜੋ ਕਿ ਪਰਮੇਸ਼ਰ ਦੀ ਰਚਾਈ ਹੋਈ ਹੈ ਜੀ। ਪਰ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਨੂੰ ਦੇ ਬੰਧਨ ਕੱਟਣੇ ਹਨ ਜੀ, ਖਤਮ ਕਰਨੇ ਹਨ ਜੀ, ਅਤੇ ਕੇਵਲ ਇੱਕ ਦੇਵਨਹਾਰ ਪਰਮੇਸ਼ਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਜਿਸ ਤਰ੍ਹਾਂ ਕਹਿੰਦੇ ਹਨ ਕਿ ਇਹ ਭਾਈ, ਇਹ ਮੋਹ ਜਿਹੜੇ ਦਰਦ ਦੁੱਖ ਕਿਸੇ ਤਰ੍ਹਾਂ ਦੇ ਵੀ ਹਨ, ਫਿਰ ਪਰਮੇਸ਼ਰ ਆਪ ਹੀ ਉਹਨਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਦਰਦ ਨਿਵਾਰੇ ਜਾ ਕੇ ਆਪੇ, ਨਾਨਕ ਤੈ ਤੈ ਗੁਰਮੁਖ ਧਰਾਪੇ। ਦਰਦ ਨਿਵਾਰੇ ਜਾ ਕੇ ਆਪੇ, ਨਾਨਕ ਤੈ ਤੇ ਗੁਰਮੁਖ ਧਰਾਪੇ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।